ਵਾਹਿਗੁਰੂ ਸਾਹਿਬ ਜੀ। ਸੁਣ ਸੱਜਣ ਪ੍ਰੀਤਮ ਮੇਰਿਆ, ਮੈਂ ਸਤਿਗੁਰ ਦੇਹੋ ਦਿਖਾਲ, ਹਉ ਤਿਸ ਦੇਵਾ ਮਨ ਆਪਣਾ, ਨਿਤ ਹਿਰਦੈ ਰੱਖਾਂ ਸੰਭਾਲ। ਸੁਣ ਸੱਜਣ ਪ੍ਰੀਤਮ ਮੇਰਿਆ, ਮੈਂ ਸਤਿਗੁਰ ਦੇਹੋ ਦਿਖਾਲ, ਹਉ ਤਿਸ ਦੇਵਾ ਮਨ ਆਪਣਾ, ਨਿਤ ਹਿਰਦੈ ਰੱਖਾਂ ਸੰਭਾਲ। ਇਕਸ ਸਤਿਗੁਰ ਬਾਹਰਾ, ਤ੍ਰਿਗ ਜੀਵਨ ਸੰਸਾਰ, ਜਨ ਨਾਨਕ ਸਤਿਗੁਰ ਤਿਨਾ ਮਿਲਾਇਓ ਨਾ, ਜਿਨਾ ਸਦਹੀ ਵਰਤੈ ਨਾੜ। ਜਨ ਨਾਨਕ ਸਤਿਗੁਰ ਤਿਨਾ ਮਿਲਾਇਓ, ਜਿਨ ਸਦਹੀ ਵਰਤੈ ਨਾੜ। ਪਰਮ ਸਤਿਕਾਰਯੋਗ ਦੀਨ ਦੁਨੀ ਦੇ ਮਾਲਕ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸੱਜੇ ਹੋਏ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਆਪ ਸਰਬੱਤ ਸੰਗਤ ਨੇ ਬੜੇ ਪਿਆਰ ਸਤਿਕਾਰ ਇਕਾਗਰਤਾ ਸਹਿਤ ਗੁਰੂ ਸਵਾਰਿਆਂ ਪਾਸੋਂ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਕੀਰਤਨ ਸ਼ਰਵਣ ਕੀਤਾ ਹੈ। ਸਾਹਿਬੇ ਕਮਾਲ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾਉਂਦਿਆਂ ਹੋਇਆਂ ਅੱਜ ਦੇ ਜੋ ਇਹ ਵਿਸ਼ੇਸ਼ ਗੁਰਮਤਿ ਸਮਾਗਮ ਦੀਵਾਨ ਸਜਾਏ ਗਏ ਹਨ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਜੀਵਨ ਦੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅੰਮ੍ਰਿਤਮਈ ਪਾਵਨ ਬਾਣੀ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਆਓ ਸਾਰੀ ਸੰਗਤ ਦਸ਼ਮੇਸ਼ ਪਿਤਾ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਬੁਲੰਦ ਆਵਾਜ਼ ਵਿੱਚ ਸਾਂਝੀ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਆਂ ਨੇ ਬੜੇ ਪਿਆਰੇ ਸ਼ਬਦ ਸਤਿਗੁਰੂ ਜੀ ਦੀ ਮੁਬਾਰਕ ਬਾਣੀ ਵਿੱਚੋਂ ਗਾਇਨ ਕਰਕੇ ਸਾਨੂੰ ਸ਼ਰਵਣ ਕਰਵਾਏ ਨੇ। ਇੱਕ ਸ਼ਬਦ ਜਿਸ ਦੀ ਟੇਕ ਬਾਰ-ਬਾਰ ਇਸ ਪੰਕਤੀ ਦਾ ਦੁਹਰਾਓ ਗੁਰੂ ਕੇ ਕੀਰਤਨੀ ਜਥੇ ਨੇ ਕੀਤਾ ਹੈ। ਨਸ ਵੰਝੋ ਕਿਲ ਵਿਖੋ ਕਰਤਾ, ਘਰ ਆਇਆ ਦੂਤਾਂ ਦਹਿਨ ਭਇਆ, ਗੋਬਿੰਦ ਪ੍ਰਗਟਾਇਆ। ਨਸ ਦਾ ਅਰਥ ਹੁੰਦਾ ਹੈ ਭੱਜ ਜਾਣਾ, ਟਿਕਣਾ ਨਾ। ਵੰਝੋ ਦਾ ਅਰਥ ਹੁੰਦਾ ਹੈ ਚਲੇ ਜਾਣਾ। ਇੱਕ ਤੇ ਹੁੰਦਾ ਹੈ ਸੁਭਾਵਕ ਮਟਕ ਨਾਲ ਤੁਰਨਾ, ਇੱਕ ਹੁੰਦਾ ਹੈ ਖਲੋ ਹੀ ਨਾ ਸਕਣਾ, ਖਲੋਣ ਜੋਗੀ ਜਗ੍ਹਾ ਹੀ ਨਾ ਮਿਲ ਸਕਣੀ, ਖਲੋਣ ਜੋਗਾ ਸਮਾਂ ਹੀ ਨਾ ਮਿਲ ਸਕਣਾ। ਉਸ ਨੂੰ ਆਖਿਆ ਜਾਂਦਾ ਹੈ ਨਸ ਵੰਝੋ, ਭੱਜ ਤੁਰਨਾ, ਟਿਕਾ ਨਾ ਆਉਣਾ, ਉਸ ਜਗ੍ਹਾ ਦੇ ਉੱਤੇ ਖਲੋ ਹੀ ਨਾ ਸਕਣਾ, ਮਜਬੂਰੀ ਬਣ ਜਾਣੀ ਉਸ ਜਗ੍ਹਾ ਤੋਂ ਚਲੇ ਜਾਣ ਦੀ। ਦੋਨਾਂ ਸ਼ਬਦਾਂ ਵਿੱਚ ਬੜਾ ਅੰਤਰ ਹੈ।
ਜਾਣ ਦੇ ਵੀ ਕਈ ਤਰੀਕੇ ਨੇ, ਵੇਖਣ ਦੇ ਵੀ ਕਈ ਢੰਗ ਨੇ। ਕੋਈ ਮਨੁੱਖ ਅਗਰ ਘੂਰੀ ਵੱਟ ਕੇ ਵੇਖੇ, ਕੋਈ ਇਨਸਾਨ ਪਿਆਰ ਨਾਲ ਵੇਖੇ, ਕੋਈ ਇਨਸਾਨ ਨਫ਼ਰਤ ਨਾਲ ਵੇਖੇ, ਦ੍ਰਿਸ਼ਟੀਕੋਣ ਬਦਲ ਜਾਂਦੇ ਨੇ। ਕਈ ਵਾਰ ਇਨਸਾਨ ਦਾ ਤੁਰਨਾ ਸਾਬਤ ਕਰ ਦਿੰਦਾ ਹੈ ਕਿ ਕੋਈ ਘਟਨਾ ਕਿਹੋ ਜਿਹੀ ਵਾਪਰੀ ਹੈ ਜਿਸ ਪਾਸੇ ਵੱਲ ਬੰਦਾ ਜਾ ਰਿਹਾ ਹੈ। ਦਾਤਾਰ ਜੀ ਮੁਬਾਰਕ ਬਾਣੀ ਵਿੱਚ ਇਹ ਸ਼ਬਦ ਵਰਤਦੇ ਨੇ, ਨਾ ਸਮਝੋ, ਉੱਠ ਤੁਰੋ, ਭੱਜ ਤੁਰੋ, ਖਲੋਵੋ ਨਾ, ਤੁਹਾਡੀ ਮਜਬੂਰੀ ਬਣ ਗਈ ਹੈ ਚਲੇ ਜਾਣਾ। ਇਹ ਸਤਿਗੁਰੂ ਕਿਹਨਾਂ ਨੂੰ ਕਹਿ ਰਹੇ ਨੇ? ਕਿਲ ਵੇਖੋ। ਕਿਲ ਵੇਖ ਕਹਿੰਦੇ ਨੇ ਪਾਪ, ਮਾੜੀ ਬਿਰਤੀ, ਔਗਣ, ਜਿਹੜੇ ਮਨੁੱਖ ਦੇ ਜੀਵਨ ਵਿੱਚ ਖਲਲ ਪੈਦਾ ਕਰਦੇ ਨੇ। ਸਤਿਗੁਰੂ ਉਹਨਾਂ ਨੂੰ ਸੰਬੋਧਨ ਹੋ ਕੇ ਕਹਿੰਦੇ, ਨਾ ਸਮਝੋ ਕਿਲ ਵੇਖੋ, ਕਰਤਾ ਘਰ ਆਇਆ। ਜਗਤ ਦੀ ਰਚਨਾ ਕਰਨ ਵਾਲਾ, ਮੇਰੇ ਜੀਵਨ ਦਾ ਅਸਲ ਮਾਲਕ, ਉਹਦੀ ਯਾਦ ਹੁਣ ਮੇਰੇ ਹਿਰਦੇ ਵਿੱਚ ਤਾਜ਼ਾ ਹੋ ਗਈ, ਟਿਕ ਗਈ ਹੈ। ਹੁਣ ਤੁਸੀਂ ਚਲੇ ਜਾਓ, ਤੁਹਾਡੀ ਹੁਣ ਕੋਈ ਥਾਂ ਇਸ ਜਗ੍ਹਾ ਤੇ ਨਹੀਂ ਰਹਿ ਗਈ। ਔਰ ਅੱਗੇ ਸ਼ਬਦ ਵਰਤਿਆ, ਕਹਿਣ ਲੱਗੇ ਦੂਤਾਂ ਦਹਨ ਭਇਆ। ਦੂਤ ਕਹਿੰਦੇ ਜਿਨ੍ਹਾਂ ਨੂੰ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ, ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਪੰਜ ਦੂਤ ਦਾ ਅਰਥ ਹੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹ ਵਿਕਾਰ ਜਿਹੜੇ ਨੇ, ਦੂਤਾਂ ਦਹਨ, ਦਹਨ ਦਾ ਅਰਥ ਹੁੰਦਾ ਹੈ ਸਾੜ ਦੇਣਾ, ਸਵਾਹ ਕਰ ਦੇਣਾ, ਖਾਕ ਵਿੱਚ ਉਡਾ ਦੇਣਾ ਜਾਂ ਦਲ ਮਲ ਦੇਣਾ। ਭਾਵ ਇਸ ਦਾ ਹੈ ਕਾਬੂ ਕਰਨ ਤੋਂ। ਦੂਤਾਂ ਦਹਨ ਭਇਆ, ਗੋਬਿੰਦ ਪ੍ਰਗਟ ਆਇਆ। ਭਾਵ ਵਿਕਾਰਾਂ ਦਾ ਅਸਰ ਹੁਣ ਜੀਵਨ ਉੱਤੇ ਨਹੀਂ ਰਹਿ ਗਿਆ, ਕਿਉਂਕਿ ਗੋਬਿੰਦ ਸਾਰੀ ਸ੍ਰਿਸ਼ਟੀ ਦਾ ਮਾਲਕ ਮੇਰੇ ਹਿਰਦੇ ਵਿੱਚ ਆਣ ਪ੍ਰਗਟ ਹੋਇਆ ਹੈ। ਸਤਿਗੁਰੂ ਜੀ ਇਸ ਅਵਸਥਾ ਦੀ ਟੋਹ ਦਿੰਦਿਆਂ ਧੰਨ ਗੁਰੂ ਅਮਰਦਾਸ ਮਹਾਰਾਜ ਬਿਆਨ ਕਰਦੇ, ਕਹਿਣ ਲੱਗੇ ਮੇਰੀ ਸੇਜੜੀ ਹੈ ਆ ਡੰਬਰ ਬਣਿਆ। ਹੁਣ ਵੇਖੋ, ਬਾਹਰੀ ਤੌਰ ਤੇ ਸ਼ਬਦਾਂ ਦੀ ਗਹਿਰਾਈ ਨੂੰ ਨਾ ਸਮਝਿਆ ਜਾਏ ਤਾਂ ਬੜਾ ਅਨਰਥ ਹੋ ਜਾਂਦਾ ਹੈ। ਅਸੀਂ ਬਾਹਰੋਂ ਕੋਈ ਵਿਖਾਵਾ ਕਰ ਰਿਹਾ ਹੋਵੇ ਤੇ ਉਹਨੂੰ ਕਹਿੰਦੇ ਤੂੰ ਕੀ ਡੰਬਰ ਰਚਿਆ, ਕੀ ਵਿਖਾਵਾ ਕਰਦਾ ਤੂੰ, ਕਿੱਡਾ ਵੱਡਾ ਤੂੰ ਡੰਬਰ ਰਚ ਲਿਆ। ਅਡੰਬਰ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਵੇਖੋ ਕਿੰਨਾ ਚੰਗੇ ਤਰੀਕੇ ਨਾਲ, ਬੜੀ ਪਵਿੱਤਰ ਭਾਵਨਾ ਚੋਂ ਪੈਦਾ ਹੋ ਕੇ ਇਹ ਸ਼ਬਦ ਹਜ਼ੂਰ ਨੇ ਅੰਕਿਤ ਕੀਤਾ ਹੈ। ਕਹਿਣ ਲੱਗੇ ਮੇਰੀ ਸੇਜੜੀ ਹੈ, ਸੇਜ ਹਿਰਦੇ ਦੀ, ਹਿਰਦੇ ਰੂਪੀ ਸੇਜ ਦਾ ਕਿੰਨਾ ਸੁਹਾਵਣਾ ਮਾਹੌਲ ਬਣ ਗਿਆ। ਉਹ ਸੁਹਾਵਣਾ ਚੰਗੇ ਮਾਹੌਲ ਨੂੰ ਅਡੰਬਰ ਕਿਹਾ। ਮੇਰੀ ਸੇਜੜੀ ਹੈ ਆ ਡੰਬਰ ਬਣਿਆ, ਮਨ ਚਾਉ ਭਇਆ, ਪ੍ਰਭ ਆਵਤ ਸੁਣਿਆ। ਹਰ ਗਾਉ ਮੰਗਲ ਨਿਤ ਸਖੀਏ, ਸੋਗ ਦੁੱਖ ਨਾ ਵਿਆਪੈ। ਵਿਆਹ ਵਾਲੇ ਘਰ ਜਦੋਂ ਲਾੜਾ ਆ ਕੇ ਢੁਕਦਾ, ਜਿੱਥੇ ਉਸਦੇ ਫੇਰੇ, ਆਨੰਦ ਕਾਰਜ, ਵਿਆਹ ਦਾ ਸਾਰੀ ਮਰਿਆਦਾ ਨਿਭਣੀ ਹੁੰਦੀ, ਤਾਂ ਪਹਿਲੋਂ ਉਸ ਦਾ ਸਵਾਗਤ ਕਰਨ ਵਾਸਤੇ ਭਾਈ ਇਕੱਤਰ ਹੁੰਦੇ ਤੇ ਫਿਰ ਉਸ ਨੂੰ ਅੱਗੇ ਆ ਕੇ ਉਸ ਘਰ ਦੀਆਂ ਜਿੰਨੀਆਂ ਵੀ ਔਰਤਾਂ ਨੇ ਜਾਂ ਰਿਸ਼ਤੇਦਾਰਨੀਆਂ ਨੇ, ਉਹ ਸੁਹਾਗ ਦੇ ਗੀਤ ਗਾਉਂਦੀਆਂ, ਮੰਗਲ ਗਾਉਂਦੀਆਂ, ਖੁਸ਼ੀ ਭਰੇ ਉਹ ਗੀਤ ਗਾ ਕੇ ਉਸ ਦਾ ਸਵਾਗਤ ਕਰਦੀਆਂ ਤੇ ਫਿਰ ਉਸ ਨੂੰ ਬੜੇ ਆਦਰ ਤੇ ਸਹਿਤ ਘਰ ਦੇ ਅੰਦਰ ਲਿਆਂਦਾ ਜਾਂਦਾ, ਪ੍ਰਵੇਸ਼ ਕਰਵਾਇਆ ਜਾਂਦਾ। ਸਤਿਗੁਰੂ ਪ੍ਰਤੀਕ ਵੇਖੋ ਕੈਸਾ ਵਰਤ ਰਹੇ ਨੇ। ਸਤਿਗੁਰੂ ਮਹਾਰਾਜ, ਇਹ ਕਲਚਰ ਦਾ ਪ੍ਰਭਾਵ ਹੈ। ਦਾਤਾ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਹਰ ਗਾਓ ਮੰਗਲ ਨਿਤ ਸਖੀਏ। ਹੇ ਮੇਰੀਆਂ ਗਿਆਨ ਇੰਦਰੀਆਂ, ਮੇਰੀਓ ਸਹੇਲੀਓ, ਮੇਰੀਓ ਸਖੀਓ, ਮੰਗਲ ਗਾਓ, ਖੁਸ਼ੀ ਦੇ ਵਾਜੇ ਵਜਾਓ, ਖੁਸ਼ੀ ਦੇ ਗੀਤ ਗਾਓ। ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁੱਖ ਨਾ ਵਿਆਪੇ। ਕਿਉਂਕਿ ਹੁਣ ਤੁਹਾਨੂੰ ਨਾ ਸੋਗ ਹੋਵੇਗਾ ਨਾ ਦੁੱਖ ਹੋਵੇਗਾ। ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਫਿਰ ਜਾਪੇ। ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਕਹੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗ। ਪਰ ਇਹ ਜੀਵਨ ਬਣ ਜਾਏ। ਭਾਈ ਸਾਹਿਬ ਜੀ ਨੇ ਬੜੇ ਢੁਕਵੇਂ ਸ਼ਬਦ, ਅਗਲਾ ਸ਼ਬਦ ਉਹਨਾਂ ਨੇ ਪੜਿਆ, ਉਹ ਸੱਜਣਾ ਹਉ ਦੇਖਾਂ ਦਰਸ਼ਨ ਤੇਰਾ ਰਾਮ। ਵੀ ਜੇ ਬੰਦਿਆ ਤੂੰ ਚਾਹੁੰਦਾ ਹੈ ਕਿ ਇਹ ਜੀਵਨ ਅਵਸਥਾ ਤੇਰੇ ਉੱਤੇ ਆ ਜਾਏ ਤਾਂ ਤੈਨੂੰ ਆਪਣੀ ਅਰਦਾਸ ਇਹ ਬਣਾਉਣੀ ਪਵੇਗੀ, ਬੇਨਤੀ ਕਰਨੀ ਪਵੇਗੀ, ਜੋਦੜੀ ਕਰਨੀ ਪਵੇਗੀ। ਆਵੋ ਸੱਜਣਾ ਹਉ ਦੇਖਾਂ ਦਰਸ਼ਨ ਤੇਰਾ ਰਾਮ। ਘਰ ਆਪਨੜੈ ਖੜੀ ਤੱਕਾਂ, ਮੈਂ ਮਨ ਚਾਓ ਘਨੇਰਾ ਰਾਮ। ਵੀ ਮੈਂ ਦਰਵਾਜ਼ੇ ਵਿੱਚ ਖਲੋ ਕੇ ਤੱਕ ਰਹੀ ਹਾਂ,
मन विच चाह बड़ा है कि किधरे तेरे दीदार हो जान, तू मिल पवे। खाली अल्फाज नहीं हैं, खाली जबान तो ही तेनों आवाज़ां नहीं दित्तियां जा रही, दिल च चाह भी है तेरे मिलाप का। बड़ा चाह है भी तू आ जाए दरवाजे च खलो के मैं तेनों जी आया आखण वास्ते, तेरा अदब करन लई, तेरा सत्कार करन लई बड़े उतावले मन नाल मैं तेरी उडीक विच हां ते तैनूं सदा भेजे, आवो सज्जणा हऊं देखा दर्शन तेरा राम, घर आपन डै खड़ी तकां मैं मन चाओ कनेरा राम। मन चाओ कनेरा सुन प्रभ मेरा, मैं तेरा प्रवासा। मैनू टेक तेरी होर उडीक भी किसे दी नहीं, एक तेरी टेक है कि तू ही आएगा, और किसे दी उडीक भी कोई नहीं है। सच जानो ये अंदर दा वो अनुभव है गुरु ग्रंथ साहब महाराज की बाणी का। इन्हां शब्दां दे अर्थ ते हो सकते हैं, पर तुहानूं उस अनुभव का आनंद लैण वास्ते ये शब्द चिथणे पैंदे ने, इन्हां नूं भोजन बना के छकना पैंदा है, इनू मन के वलवलियां विच लियाउणा पैंदा है, इनू जज्बातां विच उतारना पैंदा है। फिर सही मायनिਆਂ विच इसका रस आउंदा है कि सतगुरु जी जो शब्द कह रहे। भाई साहब भाई ਸਾਹਿਬ ਸਿੰਘ जी जिन्होंने गुरु ग्रंथ साहब जी की बाणी का टीका किया, अर्थ किए, जिहड़ी जपजी साहब जी की 38 नंबर पौड़ी है, जत पहारा धीरज सुनियार, अहरण मत वेद हथियार, भौ खला अगन तप ताओ, भांडा भाओ अमृत तित ढाल। अगे कहते घड़िया शब्द सच्ची टकसाल, जिनको नदर करम ते नकार, नानक नदरी नदर निहाल। जिहड़ी एक पंक्ति इहदे विच आई, घड़िया शब्द सच्ची टकसाल, इसकी व्याख्या करदिआं उन्होंने अर्थ करदिआं लिखिआ, जिस अवस्था विच गुरु जाके शब्द उचारदा है, उपदेश दिंदा है, सिख गुरु के वचन नूं मन के कमा के संगत दे राही उस अवस्था विच दा पात्र बन जाता है। जिहड़ी अवस्था जिहड़े अनुभव नाल, जिहड़ी सुरत दे लैवल नाल, जिहो जे मन दे ख्याल, जिस तरह की उन्हां दे अंदर सिचुएशन है ते शब्द प्रगट होया, कहण लगे सिख नूं गुरु उस अवस्था विच लै अपड़दा है, फिर बाणी दा रस वखरे ढंग दा हुंदा है उसका स्व, क्योंकि सिख ते गुरु इक्के जगह ते खड़े ने, दोवां नूं महसूस करन दा जिहड़ा सुभाਅ इक्को जिहा। इसे नूं बाणी ने कहा गुरु सिख, सिख गुरु है, एको गुरु उपदेश चलाए। जदों सहब धन गुरु नानक महाराज जी वालों भाई लहणा जी नूं गुरता गद्दी देण दी गल आउंदी तां ओह सब तो पहला एक नाम दिंदे ने अंगद। नाम सी लहणा जो माता पिता ने रखिया, धन गुरु नानक महाराज ने नाम दिता अंगद। अंगद अर्थ भी तू मेरा अंग है, मेरा हिस्सा है, तू मेरे तो दूर नहीं, मेरे नाल अभेद है पूरे रूप विच। और भाई सत्ता ते बलवंड जी इस चीज़ का जिक्र करते हैं, कहते ने जोत ओहा जुगत छाए, शह काया फेर पलटी है, कि शरीर पलटी होया बाकी कुछ नहीं बदलिया। गुरु गोबिंद सिंह साहब अपने ही सवारे, अपने ही सजाए, अपने ही चितरे, और आप उस जगह तक लियाउण वाले उस सिख नूं जदों सतगुरु उसनूं अपने सामने खलोतियां वेखदे ने तां ये शब्द कहते हैं, इहदे विच ते मेरे विच कोई अंतर नहीं, कोई भेद नहीं। हुण वेखो असीं गा ते लैंदे आ, बड़ा सौखा है, असीं कह भी दिता, वैसे गल्लां कहण दीआं नहीं सन, कवियां ने लिखियां, असीं इंनियां दोहरा दित्तियां, लोकां नूं महसूस कराया भी गुरु ते चीज़ ही कुछ नहीं, सारा कुछ असीं हां। वाह वाह गोबिंद सिंह आपे गुर चेला। मैं कई बार सोचदा, मान लो गुरु सिख नूं माण दिंदा, सत्कार दिंदा, ते सिखा इन्नी भी काहदी हो, मैं भी ढोलकी पा के गलियां च ढंडोरा पिटण तुर पिया। अपने आप वाल झात मार दो कि सतगुरु तू इन्नी उच्ची जगह ते खलो के भी मेरे वर्गे कीड़े नूं इन्ना माण दे दिता। वेखना ते बंदिया अपने आप वाल सी, तू दुनिया नूं दसण तुर पियो भी गुरु मेरा चेला बन गया। फिर किहड़ा घट है जिहड़ा ये शब्द गाउण तो जरा जिन्नी भी ये लफ्ज उचारण करन तो अपने आप वाल झात मार के गुरु का शुक्रगुजार हुंदा। नहीं असीं ते वखाले बहुत पाए संसार दे अंदर। सच जाणो गुरु की निमरता का नजायज फायदा भी सब तो वध असां लोकां ने चुके। गुरु के प्यार नूं, ओहदी गहराई नूं समझण दी बजाए
ਅਸੀਂ ਦੁਨੀਆ ਨੂੰ ਢੰਡੋਰਾ ਦਿੰਦੇ ਰਹੇ ਵੀ ਵੇਖੋ ਗੁਰੂ ਸਾਡਾ ਸਿੱਖਾਂ ਦਾ ਚੇਲਾ ਹੈ। ਗੁਰੂ ਨੇ ਜਿਹੜੇ ਹੱਕ ਤੇ ਅਧਿਕਾਰ ਦਿੱਤੇ ਸਨ, ਸਿੱਖ ਦੀ ਸੁਰਤ ਉਹਨਾਂ ਚੀਜ਼ਾਂ ਤੋਂ ਅਵੇਸਲੀ ਹੋ ਗਈ, ਵੱਖਰੀ ਹੋ ਗਈ। ਉਸ ਘਟਨਾ ਦਾ ਅਸੀਂ ਸਾਖੀ ਸੁਣਦੇ ਹਾਂ, ਪਰ ਸਾਖੀ ਤੇ ਕੀ ਹੈ, ਇੱਕ ਫੋਟੋ ਜਿਹੜੇ ਇੱਕ ਫਰੇਮ ਹੈ, ਫਰੇਮ ਕੱਲਾ ਟੰਗਿਆ ਹੋਵੇ ਕੰਧ ਉੱਤੇ ਤੇ ਉਹਦਾ ਕੋਈ ਮਤਲਬ ਨਹੀਂ ਰਹਿੰਦਾ, ਉਹਦੇ ਵਿੱਚ ਤਸਵੀਰ ਜਿੰਨਾ ਚਿਰ ਨਾ ਹੋਵੇ। ਸਾਖੀ ਇੱਕ ਫਰੇਮ ਹੈ ਜਿਹੜੀ ਤੁਹਾਨੂੰ ਅਸਲ ਤਸਵੀਰ ਦੇ ਦਰਸ਼ਨ ਕਰਾਉਂਦੀ ਏ, ਤੇ ਅਸੀਂ ਸਾਖੀ ਦਾ ਭਾਵ ਜਦੋਂ ਛੱਡ ਦਿੱਤਾ ਤੇ ਸਮਝੋ ਅਸੀਂ ਕੱਲਾ ਫਰੇਮ ਹੀ ਫੜ ਕੇ ਬੈਠੇ ਰਹੇ, ਉਹਦੇ ਵਿਚਲੀ ਤਸਵੀਰ ਤੇ ਪਿਕਚਰ ਤੇ ਗਾਇਬ ਹੋ ਗਈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨਰਾਇਣੇ ਦੇ ਰਾਜਪੂਤਾਨੇ ਵੱਲ ਦੀ ਲੰਘਦੇ ਆ, ਉੱਥੇ ਦਾਦੂ ਦੁਆਰਾ ਹੈ। ਸੀਸ ਸਤਿਗੁਰੂ ਮਹਾਰਾਜ ਨੇ ਨਹੀਂ ਸੀ ਝੁਕਾਇਆ, ਉੱਥੇ ਤੀਰ ਦੀ ਨੋਕ ਜ਼ਮੀਨ ਤੇ ਲਾਈ ਤੇ ਮੱਥੇ ਨੂੰ ਲਾ ਲਈ। ਮਹਿਸੂਸ ਐਵੇਂ ਕਰਵਾਇਆ ਨਾਲ ਦੇ ਸਾਥੀਆਂ ਨੂੰ, ਸਿੰਘਾਂ ਨੂੰ, ਜਥੇ ਨੂੰ, ਵੀ ਜਿਵੇਂ ਨਮਸਕਾਰ ਕੀਤੀ ਹੋਵੇ। ਝੌਲਾ ਇਹ ਪਵੇ, ਪ੍ਰਭਾਵ ਇਹ ਜਾਏ, ਗੱਲ ਕੇਵਲ ਇੰਨੀ ਸੀ। ਹਜ਼ੂਰ ਵੇਖਣਾ ਚਾਹੁੰਦੇ ਸਨ ਵੀ ਸਿੱਖ ਦੀ ਸੁਰਤ ਕਿੰਨੀ ਕੁ ਪੱਕੀ ਤੇ ਉੱਚੀ ਹੈ। ਯਾਦ ਰੱਖਣਾ, ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਬੋਲ ਮੈਂ ਤੁਹਾਡੇ ਨਾਲ ਸਾਂਝੇ ਕਰਾਂ। ਉਹ ਕਹਿੰਦੇ ਸਿੱਖੀ ਹੈ ਬਲਵਾਨ ਕਰਨਾ ਸੁਰਤ ਨੂੰ, ਸਿੱਖੀ ਹੈ ਬਲਵਾਨ ਕਰਨਾ ਸੁਰਤ ਨੂੰ, ਚੜ੍ਹਦੀ ਕਲਾ ਨਿਵਾਸ ਸਦ ਹੀ ਰੱਖਣਾ। ਸਿੱਖੀ ਦਾ ਅਰਥ ਕਰਦੇ ਉਹਨਾਂ ਕਹਿੰਦੇ ਨੇ, ਕਹਿਣ ਲੱਗੇ ਆਪਣੀ ਸੁਰਤ ਨੂੰ ਬਲਵਾਨ ਕਰ ਲੈਣਾ। ਜਿਨ੍ਹਾਂ ਦਾ ਅਸੀਂ ਤਾਰੀਖ ਇਤਿਹਾਸ ਵਿੱਚ ਜ਼ਿਕਰ ਪੜ੍ਹਦੇ ਹਾਂ, ਕੀ ਹੈ ਉਹਨਾਂ ਕੋਲ ਕਿ ਉਹਨਾਂ ਨੂੰ ਕਿਤੇ ਠੰਡ ਨਹੀਂ ਲੱਗਦੀ ਜਾਂ ਉਹਨਾਂ ਨੂੰ ਕਿਤੇ ਗਰਮੀ ਨਹੀਂ ਸੀ ਪਾਉਂਦੀ। ਉਹਨਾਂ ਨੂੰ ਵੀ ਭੁੱਖ ਲੱਗੀ ਹੈ, ਉਹਨਾਂ ਨੂੰ ਵੀ ਪੀੜ ਹੋਈ ਜਦੋਂ ਕਿਸੇ ਨੇ ਟਕੂਆ ਚਲਾਇਆ ਉਹਨਾਂ ਦੇ ਬੰਦ ਜੁਦਾ ਕਰ ਦੇਣ ਵਾਸਤੇ। ਉਹਨਾਂ ਦੇ ਅੰਦਰ ਰੱਬ ਨੇ ਪੱਥਰ ਨਹੀਂ ਸੀ ਪਾਇਆ, ਉਹਨਾਂ ਅੰਦਰ ਵੀ ਦਿਲ ਪਾਇਆ ਸੀ। ਪੌਣੇ 5 ਸਾਲ ਦਾ ਬੱਚਾ ਆਪਣੀ ਗੋਦ ਵਿੱਚ, ਔਰ ਬਾਬਾ ਬੰਦਾ ਸਿੰਘ ਬਹਾਦਰ ਦਾ ਇੱਕ ਹੱਥ ਕੜੀ ਦੇ ਵਿੱਚੋਂ ਕੱਢ ਦਿੱਤਾ ਗਿਆ। ਜਲਾਦ ਨੇ ਹੱਥ ਵਿੱਚ ਛੁਰਾ ਫੜਾਇਆ, ਬਾਦਸ਼ਾਹ ਉੱਥੇ ਬੈਠਾ ਹੈ, ਕਾਜ਼ੀ ਉੱਥੇ ਬੈਠਾ ਹੈ, ਆਲਾ ਅਫਸਰ ਉੱਥੇ ਬੈਠੇ ਨੇ, ਬੜੇ ਸਖਤ ਪਹਿਰੇ ਨੇ, ਕਿਉਂਕਿ 3 ਬਾਦਸ਼ਾਹੀਆਂ ਜਿਸ ਬਹਾਦਰ ਨੂੰ ਫੜਨ ਵਾਸਤੇ ਹੱਥ ਧੋ ਕੇ ਪਿੱਛੇ ਪਈਆਂ ਰਹੀਆਂ, ਅੱਜ ਉਹਦੀ ਹੋਣੀ ਦਾ ਫੈਸਲਾ ਹੋਣਾ ਹੈ। ਤੇ ਸਾਰੇ ਹੀ ਆਏ ਹੁਮਾ ਕੇ, ਸੱਜ ਧੱਜ ਕੇ। ਕਿਉਂ ਨਾ ਹੁੰਦਾ? ਇਹ ਜ਼ਾਲਮਾਂ ਦੀ ਜਸ਼ਨ ਦਾ ਮੌਕਾ ਜੋ ਸੀ, ਜਿੱਤ ਦਾ ਮੌਕਾ ਜੋ ਸੀ, ਵੀ ਸ਼ੇਰ ਨੂੰ ਹੱਥ ਕੜੀਆਂ ਸੰਗਲਾਂ 'ਚ ਜਗੜ ਕੇ ਮਜਬੂਰ ਕਰਕੇ ਬਿਠਾ ਦਿੱਤਾ ਗਿਆ। ਇੰਨੀ ਵੀ ਹਿੰਮਤ ਨਹੀਂ ਵੀ ਅਸੀਂ ਤੇ ਇੰਨੇ ਜਾਣੇ ਇਹਨੂੰ ਖੋਲ ਹੀ ਦਈਏ। ਗੌਰ ਕਰਨਾ, ਇੱਕ ਹੱਥ ਘੜੀ ਦੇ ਵਿੱਚੋਂ ਹੱਥ ਕੱਢਿਆ ਗਿਆ ਤੇ ਹੱਥ 'ਚ ਛੁਰਾ ਦੇ ਦਿੱਤਾ ਜਲਾਦ ਨੇ ਕਾਜ਼ੀ ਦੇ ਹੁਕਮ ਨਾਲ, ਔਰ ਬੱਚਾ ਲਿਟਾ ਦਿੱਤਾ ਅਜੈ ਸਿੰਘ ਉਹਦੀ ਗੋਦ ਵਿੱਚ। ਕਹਿਣ ਲੱਗੇ ਬੰਦਾ ਸਿੰਘ ਆਪਣੇ ਪੁੱਤਰ ਦਾ ਕਲੇਜਾ ਕੱਢ। ਬੰਦਾ ਸਿੰਘ ਨੇ ਆਪਣੇ ਹੱਥੋਂ ਹੱਥ ਢਿੱਲਾ ਕੀਤਾ, ਮੁੱਠ ਢਿੱਲੀ ਕੀਤੀ, ਖੰਜਰ ਜ਼ਮੀਨ ਤੇ ਡਿੱਗ ਪਿਆ ਤੇ ਆਪਣੀ ਜ਼ਬਾਨੋਂ ਇਹ ਗੱਲ ਕਹੀ। ਕਹਿਣ ਲੱਗਿਆ ਉਹ ਕੋਈ ਸੋਚ ਵਿਚਾਰ ਕਰੋ, ਮੈਂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਿੰਘ, ਮੈਂ ਕਦੇ ਆਪਣੇ ਵੈਰੀਆਂ ਦੇ ਬੱਚੇ ਤੇ ਤਲਵਾਰ ਨਾ ਸੂਤੀ, ਮੇਰਾ ਖੰਜਰ ਕਦੇ ਵੈਰੀ ਦੇ ਇੱਜ਼ਤ ਵੱਲ ਨਾ ਗਿਆ, ਕਦੇ ਉਹਦੇ ਬੱਚਿਆਂ ਨੂੰ, ਮਾਸੂਮ ਬੱਚਿਆਂ ਨੂੰ ਕੋਣ ਵਾਲੇ ਪਾਸੇ ਮੈਂ ਹੱਥ ਨਾ ਚੁੱਕਿਆ, ਨਾ ਕਿਸੇ ਨੂੰ ਚੁੱਕਣ ਦਿੱਤਾ। ਤੁਸੀਂ ਕੀ ਸੋਚਿਆ? ਬੰਦਾ ਸਿੰਘ ਦਾ ਹਿਰਦਾ ਪੱਥਰ? ਇਹ ਨਹੀਂ ਹੋ ਸਕੇਗਾ। ਫੈਸਲਾ ਤੁਹਾਡਾ, ਤੁਸੀਂ ਕੀ ਕਰਨਾ। ਪਰ ਮੈਂ ਕਿਸੇ ਦੇ ਬੱਚਿਆਂ ਦਾ ਕਤਲ ਨਾ ਕਰਾਂ ਤੇ ਮੈਂ ਆਪਣੇ ਦਾ ਕਿਵੇਂ ਕਰ ਲਵਾਂ? ਕਲੇਜਾ ਚਾਕ, ਢਿੱਡ ਚਾਕ ਕਰਕੇ ਨਾ ਕਲੇਜਾ ਕੱਢ ਕੇ ਬੰਦਾ ਸਿੰਘ ਦੇ ਮੂੰਹ 'ਚ ਤੁੰਨ ਦਿੱਤਾ ਗਿਆ। ਗੌਰ ਕਰਨਾ, ਇਹ ਸਾਖੀ ਸ਼ਾਇਦ ਅਸੀਂ ਬੜੀ ਵਾਰ ਸੁਣੀ ਹੈ ਤੇ ਸੁਣ ਕੇ ਸਾਡੇ ਕੰਨਾਂ ਨੂੰ ਅਹਿਸਾਸ ਹੋਣਾ ਸ਼ਾਇਦ ਬੰਦ ਹੋ ਗਿਆ ਹੋਵੇ, ਪਰ ਮੈਂ ਇਹ ਗੱਲ ਤੁਹਾਡੇ ਨਾਲ ਜ਼ਰੂਰ ਸਾਂਝੀ ਕਰ ਰਿਹਾ। ਉਸ ਬੰਦੇ ਦੇ ਅੰਦਰ ਵੀ ਦਿਲ ਹੈ, ਉਸ ਬੰਦੇ ਦੇ ਅੰਦਰ ਵੀ ਜਜ਼ਬਾਤ ਨੇ, ਉਹ ਵੀ ਇੱਕ ਬਾਪ ਹੈ, ਉਹ ਵੀ ਇੱਕ ਦੁਨੀਆ ਵਿੱਚ ਰਹਿਣ ਵਾਲਾ ਹੱਡ ਮਾਸ ਦਾ ਪੁਤਲਾ ਇਨਸਾਨ ਹੈ। ਪਰ ਫਿਰ ਵੀ ਉਹਨ ਅੱਖਾਂ ਬੰਦ ਕਰਕੇ ਉਸ ਰੱਬ ਦਾ ਸ਼ੁਕਰ ਕਰਦਿਆਂ ਆਖਿਆ, ਵਾਹਿਗੁਰੂ ਇਹ ਵੀ ਤੇਰੀ ਰਜ਼ਾ ਹੈ, ਮੈਨੂੰ ਅਫਸੋਸ ਕੋਈ ਨਹੀਂ, ਕਿਉਂਕਿ ਜੋ ਹੋਣਾ ਸੋ ਹੋ ਰਿਹਾ ਹੈ। ਇਹ ਤੇਰੀ ਰਹਿਮਤ ਹੈ ਵੀ ਤੂੰ ਮੇਰੇ ਮਨ ਨੂੰ ਅਜੇ ਵੀ ਥੰਮੀ ਦੇਈ ਖੜਾ ਹੈ, ਆਸਰਾ ਦੇਈ ਖੜਾ ਹੈ। ਕੀ ਹੈ ਬੰਦੇ ਦੇ ਕੋਲ? ਇਹ ਸੁਰਤ ਦੀ ਪਕਿਆਈ ਹੈ, ਇਹ ਸੁਰਤ ਦਾ ਉੱਚਾਪਨ ਹੈ, ਇਹ ਸਿਦਕ ਦੀ ਸਿਖਰ ਹੈ ਵੀ ਕੋਈ ਬੰਦਾ ਆਪਣੇ ਪੈਗੰਬਰ ਤੇ ਆਪਣੇ ਗੁਰੂ ਨਾਲ ਇਸ ਹੱਦ ਤੱਕ ਵੀ ਇਸ਼ਕ ਕਰ ਸਕਦਾ ਹੈ। ਅੱਜ ਤੱਕ ਦੁਨੀਆ ਦੇ ਇਤਿਹਾਸ ਵਿੱਚ ਇਸ਼ਕ ਦੀਆਂ ਬਾਤਾਂ ਪੈਂਦੀਆਂ ਸਨ, ਹੀਰ ਤੇ ਰਾਂਝੇ ਦੀਆਂ,
सस्सी ते पुन्नू दियां और महीवाल दियां, यूसुफ ते जुलैखा दियां, रोमियो ते जूलीयट दियां। लोग ये किस्से पढ़ते हैं और दुनिया च शायद ये इश्किया किस्से सब तो वधेरे पढ़े गए हैं। पर ध्यान देना, इश्क की सिखर है उत्थे केवल हवस पूर्ति वास्ते अपना आप गवाया जा रहा है। इस जगह ते सिख ने कोई संसार की मंग गुरु कोलों नहीं लैनी। कलगीधर दी गोद विच पिया होया महा सिंह आखिरी श्वास टुट टुट के आ रहे ने सा, प्राण पंखीरू उड्डण वाले ने हजूर ने मस्ता पहुंचदे होया आख्या महा सिंघा बड़ी वड्डी कुर्बानी कुछ चाहिए। कहन लग्या महाराज सिक्खी बख्शो, इदों वध कुछ नहीं चाहिए। है कोई मंग? बंदा मौत वालों कदम पुट रहा है ते जिंदगी नहीं मंग रहा। बंदा मौत वालों कदम पुट रहा है, संसार की कोई तमन्ना नहीं, अपने प्राणा का भी कोई इस गल की भुख नहीं कि साह ही चार वध जान। कहने लग्या सतगुरु सिक्खी बख्शो। इहदा अर्थ सानू समझ नहीं आएगा। बड़ियां ते पैसा लाउण वालियां नूं कित्थों समझ आ सकदी इस गल दी। कबरां ते सजदे करन वाले ते दीवे जगाउण वाले, डेरियां च हवाई जहाज नकली चढ़ाउण, उन्हां नूं कित्थे समझ आएगी इस गल दी। ये तां बहुत उच्ची अवस्था की गल है, इहनूं तां जीना पैंदा है, इनू हंडाउणा पैंदा है। सानू लगदा होएगा शायद इतिहासकारां ने कोड़ों बना के लिख दित्तियां होणगीਆਂ। ध्यान देना इस गल, उन्हां अंदर भी दिल हन, उन्हां अंदर भी जज्बात हन, वो भी दुख ते दर्द नूं महसूस करते हैं। पर जीवन किड्डा उचेरा है, ये सुरती दा पका है। भाई साहब लिखते सिक्खी है बलवान करना सुरत नूं, चढ़दी कला निवास सद ही रखना। ये अपना निवास चढ़दी कला विच टिकाउणा, ढैंदी कला नहीं सिखदे जीवन विच। जदों उहनूं एक मुठ छोलियां दी मिली ते उसने उहनूं बदाम आ के छकिया। जदों उसकी लत कटी गई, लंगड़ा के तुरन वाले ने ना आख्या मैं लंगड़ा हो गया, कहने लग्या मेरी ते चाल सुधर गई, मैं सुचाला सिंह हो गया। खाण लई कख नहीं सी, उन्हें नहीं आख्या मैं मर गया भुखा, उन्हें कहा नहीं लंगर मस्ताने हो गए ने और सिंह कड़ाके कट रहे हैं। ये कोई शब्दावली नहीं है, ये अंदर दा वो वलवला है जिहड़ा उन्होंने दुख नूं माहौल करदिआं मुसीबत की अख विच अख पा के वेखदिआं उस दुख नूं जाणिया ही कख ना और जमाना हैरान रह गया। भुख ते दुख भी वेखदे होणगे भी कमाल है, असीं बादशाहियां रुआ छड्डियां, फकीरां दा टोला जिन्हों खाण दे असां लाले पा दिते, जिन्हों तकलीफ नहीं दिती है भी पत्थर भी रो पैण, पर इस बंदे नूं असां तरले लैंदिआं होइआं नहीं वेखिआ। यह है जीवन जिहड़ा सतगुरु महाराज ने अपने सिख नूं बख्शिआ। अज धन गुरु गोबिंद सिंह साहब का प्रकाश पुरब असीं सारे ही मना रहे हैं। 2003 के नानकशाही कैलेंडर की तारीख के मुताबिक धन गुरु गोबिंद सिंह साहब महाराज के जीवन वाल जदों झात मारीए, सतगुरां दे बड़े ही सिदकी प्यारे श्रद्धालु और विद्वान गुरसिख भाई नंद लाल साहब लिखते ने अपनियां गज़लां विच गुरु गोबिंद सिंह साहब महाराज की वडियाई दे विच। याद रहे इन्नी क टूक मात्र मैं गल तुहाडे नाल, क्योंकि भाई साहब का नाम आया तो गल सांझी कर लवां, रह ना जावे। भाई साहब औरंगजेब के शहजादे बहादुर शाह के उस्ताद टीचर सन। वैसे इन्हां दे खानदान का गुरु साहब जी के नाल 7वें पातशाह तो ही मेल मिलाप चल रहा सी। ये सिख सन। बदकिस्मती साडी ये भी असीं परिवारां ते खानदानां दे सजरे टंग के नहीं रख सके। अज ये जिक्र तो सब तो वधेरे सिखां दे कन्नां च पैंदा ते असीं याद ते कंठ कर रखिआ है। अगे जी फलाने बाबे नूं सुपने च गुरु दे दर्शन होए सन, इस करके वो बड़ा महान है। फलाने बाबे नूं इवें गुरु नानक साहब ने दर्शन, दसो उन्हां दे नाम ते वेखो पंथ दे चोले ते लीरां टंगियां होईयां तुहानूं मिल जाणगीਆਂ। पर कमाल है जिन्हां ने अपना जीवन ला दिता और जिहड़े पीढ़ी दर पीढ़ी सिੱਖੀ नूं कमाउंदे रहे, उन्हां दा अज नाम लेना भी साडे लई भारू हो गया। लोग पुछदे ने ये कौन ने, ये किन्हां दा नाम जिक्र चल रहा है, ये कौन बंदे सन, ये कदों होए सन। ये बदकिस्मती है साडी। सो मैं अगली गल का जिक्र कर रहा। बहादुर शाह का उस्ताद सी। एक दिन दीवाने खास विच जिथे मजलिस सजदी विचारां हुंदियां सन, बहादुर शाह उत्थे बैठा है। इहदा नाम पहला शहजादा मुअज्जम सी।
ਉੱਥੇ ਕੁਰਾਨ ਦੀ ਇੱਕ ਆਇਤ ਦੀ ਗੱਲ ਚੱਲੀ, ਸਾਰਿਆਂ ਨੇ ਆਪਣੇ ਆਪਣੇ ਅਰਥ ਦੱਸੇ ਪਰ ਸੰਤੁਸ਼ਟੀ ਭਰਿਆ ਅਰਥ ਕੋਈ ਨਹੀਂ ਸੀ। ਸਭਾ ਉੱਠ ਗਈ। ਕਿਹਾ ਗਿਆ ਵੀ ਜਦੋਂ ਅਗਲੀ ਵਾਰ ਬੈਠਾਂਗੇ ਸੋਚਿਓ ਇਹਦੇ ਬਾਰੇ। ਉੱਥੇ ਬੜੇ ਆਲਮ ਫਾਜ਼ਲ ਕਾਜ਼ੀ ਮੌਲਾਣੇ ਵੀ ਬੈਠੇ ਸਨ ਪਰ ਗੱਲ ਨਹੀਂ ਸੀ ਬਣ ਸਕੀ। ਪੜ੍ਹਦੇ ਸਨ ਭਾਈ ਨੰਦ ਲਾਲ ਜੀ ਕੋਲੋਂ। ਆ ਕੇ ਪੁੱਛਿਆ, ਭਾਈ ਜੀ ਇਹਦੇ ਅਰਥ। ਅੱਜ ਗੱਲ ਚੱਲੀ ਬਾਦਸ਼ਾਹ ਸਲਾਮਤ ਅੱਬਾ ਜਾਨ ਦੀ ਹਜ਼ੂਰੀ ਦੇ ਵਿੱਚ, ਔਰ ਸਾਰਿਆਂ ਨੇ ਆਪਣੇ ਆਪਣੇ ਇਹਦੇ ਕਲਮੇ ਦੇ ਅਰਥ ਕੀਤੇ ਨੇ। ਇਹਦਾ ਮਤਲਬ ਕੀ ਬਣਦਾ ਹੈ, ਇਹਦਾ ਮਾਇਨਾ ਕੀ ਨਿਕਲਦਾ ਹੈ? ਭਾਈ ਸਾਹਿਬ ਨੇ ਦੱਸਿਆ। ਬੜੀ ਤਸੱਲੀ ਹੋਈ ਮਨ ਨੂੰ। ਅਗਲੀ ਸਭਾ ਲੱਗੀ ਤੇ ਉਹ ਅਰਥ ਜਾ ਕੇ ਉੱਥੇ ਸੁਣਾ ਦਿੱਤਾ। ਔਰੰਗਜ਼ੇਬ ਕਹਿਣ ਲੱਗਿਆ ਵੀ ਜੇ ਆਉਂਦਾ ਸੀ ਤੇ ਪਹਿਲਾਂ ਕਿਉਂ ਨਾ ਦੱਸਿਆ, ਅਰਥ ਬੜਾ ਬਾਕਮਾਲ ਹੈ। ਕਹਿਣ ਲੱਗਿਆ ਜੀ ਆਉਂਦਾ ਮੈਨੂੰ ਵੀ ਨਹੀਂ ਸੀ, ਮੈਂ ਉਸਤਾਦ ਨੂੰ ਪੁੱਛਿਆ, ਨੰਦ ਲਾਲ ਜੀ ਨੂੰ। ਔਰੰਗਜ਼ੇਬ ਦੇ ਮੱਥੇ ਤੇ ਤਿਉੜੀ ਪੈ ਗਈ। ਕਹਿਣ ਲੱਗਿਆ ਉਹ ਸਾਡੇ ਕਾਜ਼ੀਆਂ ਨਾਲੋਂ ਕੁਰਾਨ ਨੂੰ ਜ਼ਿਆਦਾ ਜਾਣਨ ਵਾਲਾ, ਸਾਡੇ ਕਾਜ਼ੀਆਂ ਨਾਲੋਂ ਕੁਰਾਨ ਦੀ ਗਹਿਰਾਈ ਨੂੰ ਜ਼ਿਆਦਾ ਸਮਝਣ ਵਾਲਾ, ਕੁਰਾਨ ਦੇ ਇੰਨੇ ਤਸੱਲੀ ਭਰਪੂਰ ਅਰਥ ਕਰਨ ਵਾਲਾ ਔਰ ਏਡਾ ਵਿਦਵਾਨ ਆਲਮ ਫਾਜ਼ਲ ਆਦਮੀ, ਉਹ ਅਜੇ ਤੱਕ ਨੰਦ ਲਾਲ ਹੀ ਹੈ। ਇੰਨੀ ਗੱਲ ਕਹੀ। ਬਹਾਦਰ ਸ਼ਾਹ ਦਾ ਮੱਥਾ ਠੜਕਿਆ ਵੀ ਮੇਰੇ ਉਸਤਾਦ ਦੇ ਮਾੜੇ ਦਿਨ ਸ਼ੁਰੂ ਹੋ ਗਏ ਨੇ, ਕਿਉਂਕਿ ਉਹਦੇ ਉੱਤੇ ਹੁਣ ਬਾਦਸ਼ਾਹੀ ਕਹਿਰ ਵਰਸੇਗਾ। ਜਾ ਕੇ ਬੇਨਤੀ ਕੀਤੀ। ਕਹਿਣ ਲੱਗਿਆ, ਉਸਤਾਦ ਜੀ ਤੁਸੀਂ ਇੱਥੋਂ ਚਲੇ ਜਾਓ। ਮੈਂ ਆਪਣੇ ਅੱਬਾ ਦੇ ਤੀਵਰ ਬਹੁਤ ਮਾੜੇ ਵੇਖੇ ਨੇ, ਤੁਹਾਡਾ ਨਾਂ ਸੁਣਦਿਆਂ ਉਹਦੇ ਮੱਥੇ ਵੱਟ ਪੈ ਗਿਆ। ਮੈਨੂੰ ਨਹੀਂ ਲੱਗਦਾ ਵੀ ਹੁਣ ਆਉਣ ਵਾਲੇ ਦਿਨ ਤੁਹਾਡੇ ਸੁਖੱਲੇ ਹੋਣਗੇ। ਤੋ ਆਪਣਾ ਬਚਾਅ ਕਰੋ। ਮੈਂ ਤੁਹਾਡਾ ਵਿਦਿਆਰਥੀ ਹਾਂ, ਮੈਂ ਤੁਹਾਨੂੰ ਕਿਸੇ ਕਸੂਤੀ ਸਥਿਤੀ 'ਚ ਨਹੀਂ ਵੇਖਣਾ ਚਾਹੁੰਦਾ। ਤੁਸੀਂ ਇੱਥੋਂ ਚਲੋ ਜਾਓ। ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਬਾਰ ਵਿੱਚ ਆ ਗਏ। ਸੇਵਾ ਵੀ ਕੀਤੀ, ਵਿਦਵਤਾ ਵੀ ਵੰਡੀ, ਧਰਮ ਵੀ ਕਮਾਇਆ, ਗੁਜ਼ਾਰਾ ਵੀ ਚਲਾਇਆ। ਉਹਨਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਪਰਥਾਏ ਸ਼ਬਦ ਤਾਂ ਬਹੁਤ ਲਿਖੇ ਨੇ, ਫਾਰਸੀ ਦੇ ਨੇ। ਉਸ ਵਿੱਚ ਉਹਨਾਂ ਨੇ ਜ਼ਿਕਰ ਕੀਤਾ। ਕਹਿਣ ਲੱਗੇ, ਹੱਕ ਹੱਕ ਅਗਾਹ ਗੁਰੂ ਗੋਬਿੰਦ ਸਿੰਘ, ਸ਼ਾਹ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ, ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਹੁਣ ਗੌਰ ਕਰਨਾ, ਜਿਹੜਾ ਬਾਦਸ਼ਾਹ ਹੋਵੇ ਉਹਦਾ ਦਰਵੇਸ਼ੀ ਨਾਲ ਕੀ ਸੰਬੰਧ ਹੈ, ਤੇ ਜਿਹੜਾ ਦਰਵੇਸ਼ ਹੋਵੇ ਉਹਦਾ ਬਾਦਸ਼ਾਹੀ ਨਾਲ ਕੀ ਸੰਬੰਧ ਹੈ? ਦਰਵੇਸ਼ ਤਾਂ ਉਹ ਹੁੰਦਾ ਇੱਕ ਡੰਗ ਦੀ ਛਕ ਲਈ, ਚਿੰਤਾ ਕੋਈ ਨਹੀਂ। ਦਰਵੇਸ਼ ਤਾਂ ਉਹ ਹੁੰਦਾ ਮਾੜਾ ਮਿਲਿਆ ਤੇ ਪਹਿਨ ਲਿਆ। ਦਰਵੇਸ਼ ਦਾ ਵੈਸੇ ਅਰਥ ਗੁਰਬਾਣੀ ਦੇ ਮੁਤਾਬਕ ਇਹ ਜਿਹਨੇ ਖੁਦਾ ਦੇ ਦਰਵਾਜ਼ੇ ਨੂੰ ਘੁੱਟ ਕੇ ਹੱਥ ਪਾਇਆ, ਉਹਦਾ ਦਰ ਜਿਹੜਾ ਨਹੀਂ ਛੱਡਦਾ, ਉਹਨੂੰ ਦਰਵੇਸ਼ ਕਹਿੰਦੇ ਨੇ। ਫਰੀਦ ਸਾਹਿਬ ਜੀ ਦੀ ਇਸ ਗੱਲੋਂ ਹੂਕ ਨਿਕਲ ਗਈ। ਉਹ ਵੇਖੋ, ਜਿਹੜਾ ਦਰਵੇਸ਼ ਰੱਬ ਦੇ ਦਰ ਨੂੰ ਨਹੀਂ ਛੱਡਦਾ ਉਹਨੂੰ ਦਰਵੇਸ਼ ਕਿਹਾ ਜਾਂਦਾ ਸੀ। ਅੱਜ ਦਰਵਾਜ਼ਿਆਂ ਤੇ ਖੈਰਾਂ ਮੰਗਣ ਵਾਲੇ ਵੀ ਦਰਵੇਸ਼ ਆਖੇ ਜਾ ਰਹੇ ਨੇ। ਔਰ ਇੱਕ ਰੱਬ ਦਾ ਬੰਦਾ ਇਸ ਹੂਕ ਨੂੰ ਅੰਦਰ ਨਾ ਲੁਕੋ ਸਕਿਆ। ਉਹਨਾਂ ਪ੍ਰਗਟਾਵਾ ਕਰਦਿਆਂ ਕਿਹਾ, ਦਰਵੇਸ਼ੀ ਕੋ ਜਾਣ ਸੀ ਵਿਰਲਾ ਕੋ ਦਰਵੇਸ਼, ਜੇ ਘਰ ਘਰ ਹੰਡੈ ਮੰਗਦਾ ਢਿੱਗ ਜੀਵਨ ਢਿੱਗ ਵੇਸ। ਹੁਣ ਗੌਰ ਕਰਿਓ, ਜਿਹੜੇ ਸਾਡੇ ਸਿੱਖ ਸੱਜਣ ਕਹਿੰਦੇ ਨੇ ਵੀ ਕਾਹਨੂੰ ਕਹਿੰਦੇ ਹੋ ਡੇਰੇ ਖੁੱਲ ਗਏ, ਜੇ ਫਰੀਦ ਸਾਹਿਬ ਵਰਗੇ ਦੀ ਕੂਕ ਨਿਕਲ ਸਕਦੀ ਹੈ ਤੇ ਅਸੀਂ ਕਿਹਦੇ ਪਾਣੀ ਆ ਰਹਾ। ਜੇ ਥੋੜਾ ਬਹੁਤ ਵੀ ਇਸ ਪਾਸੇ ਵੱਲ ਸਾਡੀ ਸੁਰਤ ਜਾਗ ਪਵੇ ਤਾਂ ਸਵਾਲ ਇਹ ਹੈ, ਸ਼ੇਖ ਫਰੀਦ ਸਾਹਿਬ ਦੇ ਸਾਹਮਣੇ ਇੱਕ ਦਰਵੇਸ਼ਾਂ ਦਾ ਜੀਵਨ ਖੜਾ ਹੈ ਤੇ ਇੱਕ ਮੰਗ ਕੇ ਗੁਜ਼ਾਰਾ ਕਰਨ ਵਾਲੀ ਜਮਾਤ ਵੀ ਆਪਣੇ ਆਪ ਨੂੰ ਦਰਵੇਸ਼ ਅਖਵਾਉਣ ਵਾਲੀ ਖੜੀ ਹੈ। ਪਰ ਫਰੀਦ ਸਾਹਿਬ ਵੀ ਆਪਣੇ ਅੰਦਰ ਦਾ ਸੱਚ ਲੁਕੋ ਨਹੀਂ ਪਾਏ ਸਨ। ਉਹਨਾਂ ਨੇ ਸ਼ਬਦਾਂ ਰਾਹੀਂ ਸੰਸਾਰ ਨੂੰ ਸੁਚੇਤ ਕਰਦਿਆਂ ਉਹ ਦਰਵੇਸ਼ੀ ਨੂੰ ਭਿਖਾਰਨ ਵੰਡ ਤੋਂ ਰੋਕਣ ਵਾਸਤੇ ਇਹ ਅਲਫਾਜ਼ ਸੰਸਾਰ ਨੂੰ ਜਗਾਉਣ ਲਈ ਪ੍ਰਗਟ ਕਰ ਦਿੱਤੇ। ਦਰਵੇਸ਼ੀ ਕੋ ਜਾਣ ਸੀ ਵਿਰਲਾ ਕੋ ਦਰਵੇਸ਼, ਜੇ ਘਰ ਘਰ ਹੰਡੇ ਮੰਗਦਾ ਤਿੱਗ ਜੀਵਨ ਤਗਵੇਸ਼, ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ਼, ਗੁਨਾਹੀ ਭਰਿਆ ਮੈਂ ਫਿਰਾਂ ਲੋਕ ਕਹੈ, ਦਰਵੇਸ਼ ਕੰਨ ਮੁਸੱਲਾ ਸੂਫ ਗਲ ਦਿਲ ਕਾਤੀ ਗੋੜਵਾਰ, ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ। ਹੁਣ ਦਰਵੇਸ਼ ਤੇ ਉਹ ਹੈ ਜਿਹੜਾ ਤਿਆਗੀ ਹੈ। ਸੂਫੀ ਫਕੀਰਾਂ ਦੇ ਨਾਮ ਨਾਲ ਦਰਵੇਸ਼ ਸ਼ਬਦ ਲੱਗਿਆ, ਪਰ ਜਿਹੜਾ ਬਾਦਸ਼ਾਹ ਹੈ ਉਹ ਤਿਆਗੀ ਕਿਵੇਂ ਹੋਇਆ? ਬਾਦਸ਼ਾਹ ਤੇ ਧਨ ਸੰਪਦਾ ਦੌਲਤ ਤਾਕਤ ਉੱਚੀ ਪਦਵੀ ਜਿਹਦਾ ਹੁਕਮ ਹੀ ਸਾਰਾ ਕੁਝ ਹੈ, ਇੰਨਾ ਕੁਝ ਪਾ ਕੇ ਰੱਖਣ ਵਾਲਾ, ਇੰਨੇ ਕੁਝ ਨੂੰ ਕਾਬੂ 'ਚ ਰੱਖਣ ਵਾਲਾ ਫਕੀਰ ਕਿਵੇਂ ਹੋ ਸਕਦਾ? ਤੇ ਜਿਹੜਾ ਫਕੀਰ ਹੈ ਉਹਦਾ ਬਾਦਸ਼ਾਹੀ ਨਾਲ ਕੀ ਸੰਬੰਧ ਹੈ? ਪਰ ਜਦੋਂ ਤੁਸੀਂ ਭੱਟਾਂ ਦੇ ਸਵਈਏ ਪੜ੍ਹਦੇ ਹੋ, ਉਹ ਕਹਿੰਦੇ ਕਬ ਕੱਲ ਸੁਜਸ ਗਾਵੋਂ ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ। ਰਾਜ ਵੀ ਤੇਰੇ ਘਰ ਵਿੱਚ ਹੈ, ਜੋਗ ਫਕੀਰੀ ਵੀ ਤੇਰੇ ਘਰ ਵਿੱਚ ਹੈ। ਸਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਪੱਕੇ ਕਿਲੇ ਬਣਾਏ,
ਅਨੰਦਪੁਰ ਸਾਹਿਬ ਇੱਕ ਬੜਾ ਖੂਬਸੂਰਤ ਰਾਜਨੀਤਿਕ, ਧਾਰਮਿਕ, ਆਰਥਿਕ ਔਰ ਸੱਭਿਆਚਾਰਕ ਪੱਖੋਂ ਇੱਕ ਨਿਪੁੰਨ ਨਗਰ ਬਣਾਇਆ। ਹਜ਼ੂਰ ਨੇ ਫੌਜਾਂ ਰੱਖੀਆਂ। ਪੰਡਤ ਪਰਮਾਨੰਦ ਪੁਰੋਹਿਤ ਦੀਵਾਨ ਬਿਲਾਸਪੁਰ ਦੀ ਰਿਆਸਤ ਦਾ ਗੁਰੂ ਦੇ ਦਰਬਾਰ ਵਿੱਚ ਆਇਆ ਤੇ ਮੱਥੇ ਵੱਟ ਪੈ ਗਿਆ, ਦਿਲ ਸੜ ਮੜ ਕੇ ਕੋੜੇ ਹੋ ਗਿਆ। ਜਾ ਕੇ ਭੀਮ ਚੰਦ ਨੂੰ ਆਖਦਾ, ਮੈਨੂੰ ਨਹੀਂ ਲੱਗਦਾ ਹੁਣ ਤੁਹਾਡੀ ਰਾਜਾਸ਼ਾਹੀ ਬਹੁਤ ਸਮਾਂ ਚੱਲੇਗੀ। ਕਹਿਣ ਲੱਗਿਆ, ਕੀ ਗੱਲ ਹੋਈ? ਕਹਿੰਦਾ, ਮੈਂ ਗੁਰੂ ਦੇ ਦਰਬਾਰ ਦੀ ਉਹ ਸ਼ੋਭਾ ਵੇਖ ਕੇ ਆਇਆ, ਤੁਸੀਂ ਤਾਂ ਉਹਦੇ ਸਾਹਮਣੇ ਕੱਖ ਵੀ ਨਹੀਂ। ਇੱਕ ਫਕੀਰ ਦੇ ਦਰਬਾਰ ਦੀ ਸ਼ੋਭਾ ਬਾਦਸ਼ਾਹਾਂ ਦੇ ਦਰਬਾਰ ਨੂੰ ਮਾਤ ਪਾਉਂਦੀ ਹੈ। ਰਾਜੇ ਆ ਕੇ ਅਸਾਮ ਤੋਂ ਰਾਜਾ ਰਤਨ ਰਾਏ ਆਉਂਦਾ, ਉਹਦੇ ਚਰਨਾਂ 'ਚ ਭੇਟਾ ਰੱਖਦਾ। ਮੈਂ ਹੈਰਾਨ ਆ, ਤੁਸੀਂ ਟੈਕਸ ਮੰਗਦੇ ਹੋ ਲੋਕਾਂ ਤੇ ਤਲਵਾਰਾਂ ਸੂਤ ਕੇ, ਉੱਥੇ ਰਾਜੇ ਆਉਂਦੇ ਨੇ ਭੇਟਾ ਚੜਾ ਜਾਂਦੇ ਨੇ। ਉੱਥੇ ਗਰੀਬ ਤੇ ਗੁਰਬਾ ਆਉਂਦਾ, ਇੱਕ ਟਕਾ ਰੱਖ ਜਾਂਦਾ ਹੈ, ਜਿਹਦੇ ਕੋਲ ਕੱਖ ਨਹੀਂ ਉਹਦੇ ਸਨਮੁਖ ਮਸਤਕ ਝੁਕਾ ਕੇ ਉਹਦੇ ਕੋਲੋਂ ਨਾਮ ਦੀ ਖੈਰ ਮੰਗਦਾ। ਮੈਂ ਉਸ ਜਗ੍ਹਾ ਤੇ ਜੋ ਦ੍ਰਿਸ਼ ਵੇਖਿਆ, ਤੁਹਾਡੇ ਦਰਬਾਰ ਦੀ ਸਾਰੀ ਉਮਰ ਸੇਵਾ ਤੇ ਨੌਕਰੀ ਕਰਦੇ ਇੱਕ ਛਿਨ ਵੀ ਨਹੀਂ ਆਇਆ ਜਦੋਂ ਐਸਾ ਦ੍ਰਿਸ਼ ਮੈਨੂੰ ਵਿਖਾਈ ਦਿੱਤਾ ਹੋਵੇ। ਮੈਨੂੰ ਨਹੀਂ ਲੱਗਦਾ ਤੁਹਾਡੀ ਕੋਈ ਹੋਂਦ ਰਹਿ ਜਾਏ। ਇਹ ਉਹ ਗੁਰੂ ਸਾਹਿਬ ਦੇ ਦਰਬਾਰ ਦਾ ਜਲਵਾ ਵੇਖਿਆ, ਸ਼ੋਭਾ ਵੇਖੀ, ਪਰ ਭਟਕ ਨਾ ਜਾਏ ਕੋਈ। ਦਾਤਾਰ ਮਾਛੀਵਾੜੇ ਦੇ ਜੰਗਲਾਂ ਵਿੱਚ ਸਫ਼ਰ ਕਰ ਰਹੇ ਸਨ। ਤਨ ਦਾ ਜਾਮਾ ਫਟਿਆ ਹੋਇਆ, ਝਾੜੀਆਂ ਨਾਲ ਅੜ ਕੇ ਸਰੀਰ ਦੇ ਉੱਤੇ ਝਰੀਟਾਂ ਪੈ ਗਈਆਂ। ਹਜ਼ੂਰ ਦੇ ਪੈਰਾਂ 'ਚ ਛਾਲੇ ਸਨ, ਹੱਥ ਸੁੱਜੇ ਹੋਏ ਤੇ ਉਂਗਲ ਭਰੀ ਹੋਈ ਜਿਸ ਵਿੱਚ ਤੀਰ ਚਲਾਉਣ ਵਾਲਾ ਛੱਲਾ ਖੁੱਭਿਆ ਪਿਆ। ਦਾਤਾਰ ਸਤਿਗੁਰੂ ਮਹਾਰਾਜ, ਜਿਨ੍ਹਾਂ ਦੇ ਅੱਜ ਸੀਸ ਉੱਪਰ ਕਲਗੀ ਸ਼ੋਭਾ ਨਹੀਂ ਪਾ ਰਹੀ, ਕਈ ਦਿਨਾਂ ਦਾ ਨੀਂਦਰਾ ਹੈ, ਬੜੇ ਦਿਨਾਂ ਦੀ ਭੁੱਖ ਹੈ, ਠੰਡ ਹੈ, ਜ਼ਖਮ ਨੇ, ਲੰਮੀਆਂ ਵਾਟਾਂ ਨੇ, ਬੜਾ ਕੁਝ ਆਪਣੇ ਹੱਥੋਂ ਛੱਡ ਕੇ ਆਏ ਨੇ, ਤਿਆਗ ਕੇ ਆਏ ਨੇ। ਅੱਜ ਗੋਦ ਉਹਨਾਂ ਦੀ 4 ਪੁੱਤਰਾਂ ਤੋਂ ਵੀ ਸੁੰਜੀ ਹੈ। ਅੱਜ ਕੋਈ ਘਰ ਵੀ ਨਹੀਂ ਜਿੱਥੇ ਜਾਣ ਵਾਸਤੇ ਉਹਨਾਂ ਦੇ ਕਦਮ ਉੱਠ ਰਹੇ ਨੇ। ਅੱਜ ਕੋਈ ਸੇਵਾਦਾਰ ਵੀ ਐਸਾ ਨਾਲ ਨਹੀਂ ਜਿਹੜਾ ਹਜ਼ੂਰ ਨੂੰ ਪੁੱਛੇ, ਸਤਿਗੁਰੂ ਕਿਸੇ ਚੀਜ਼ ਦੀ ਜ਼ਰੂਰਤ ਹੈ ਤੇ ਲਿਆਵਾਂ? ਮਹਾਰਾਜ, ਤੁਹਾਡੇ ਪੈਰਾਂ ਦਾ ਜੋੜਾ ਟੁੱਟ ਗਿਆ ਹੈ, ਮੈਂ ਨਵਾਂ ਲਿਆ ਕੇ ਰੱਖ ਦਿਆਂ? ਕੋਈ ਨਹੀਂ ਇਹ ਗੱਲ ਪੁੱਛਣ ਵਾਲਾ। ਕੋਈ ਐਸਾ ਵੀ ਨਹੀਂ ਜਿਹੜਾ ਹਜ਼ੂਰ ਦੇ ਐਸੇ ਅਵਸਥਾ ਨੂੰ ਵੇਖ ਕੇ ਅੱਖਾਂ ਵਿੱਚ ਹੰਝੂ ਭਰ ਸਕੇ। ਹਨੇਰੀ ਰਾਤ ਵਿੱਚ ਦਾਤਾਰ ਇਕੱਲੇ ਸਫ਼ਰ ਕਰ ਰਹੇ ਹਨ। ਉਹ ਪਹੁੰਚੇ ਭਾਈ ਗੁਲਾਬੇ ਦੇ, ਪੰਜਾਬੇ ਦੇ ਭਰਾ ਸੰਦ ਦੇ ਬਾਗ ਵਿੱਚ। ਉੱਥੇ ਕਮਰ ਕੱਸਾ ਢਿੱਲਾ ਕੀਤਾ, ਖੂਹ ਦੀ ਟਿੰਡ ਪਈ ਸੀ, ਉਹਨੂੰ ਸਰਾਣਾ ਬਣਾ ਕੇ ਹਜ਼ੂਰ ਉਸ ਤੇ ਕੁਝ ਸਮੇਂ ਲਈ ਆਰਾਮ ਕਰਦੇ ਨੇ। ਆਪਣੀ ਤਲਵਾਰ ਦਾ ਮੁੱਠਾ ਉੱਥੇ ਆ ਕੇ ਹਜ਼ੂਰ ਨੇ ਹੱਥ ਢਿੱਲਾ ਕਰਕੇ ਛੱਡਿਆ। ਗੌਰ ਕਰੋ, ਪਰ ਉਹਦੇ ਚਿਹਰੇ ਤੇ ਸ਼ਿਕਨ ਨਹੀਂ, ਉਹਦੇ ਚਿਹਰੇ ਤੇ ਉਦਾਸੀ ਨਹੀਂ, ਉਹ ਮਾਯੂਸ ਨਹੀਂ, ਉਹਨੂੰ ਕੁਝ ਗਵਾ ਦੇਣ ਦਾ ਗਮ ਜ਼ਰਾ ਜਿੰਨਾ ਨਹੀਂ। ਉਹਦੇ ਚਿਹਰੇ ਦੇ ਉੱਤੇ ਖੇੜਾ ਵੇਖਿਆ ਗਿਆ, ਚੜ੍ਹਦੀ ਕਲਾ ਦਾ ਅਹਿਸਾਸ ਵੇਖਿਆ ਗਿਆ। ਭਾਈ ਨੰਦ ਲਾਲ ਕਹਿੰਦੇ, ਕਿਉਂ ਨਾ ਦਾਤਾ, ਤੂੰ ਫਕੀਰ ਵੀ ਬੜਾ ਵੱਡਾ, ਛੱਡਣ ਲੱਗਿਆ ਵੀ ਪਲ ਨਹੀਂ ਲਾਇਆ, ਤੇ ਬਾਦਸ਼ਾਹ ਤੇਰੇ ਵਰਗਾ ਹੋ ਕੋਈ ਨਹੀਂ ਸਕਦਾ। ਤੇਰੀ ਬਾਦਸ਼ਾਹੀ ਦੁਨੀਆ ਦੀਆਂ तमाम ਚੀਜ਼ਾਂ ਤੋਂ ਬੜੀ ਉੱਚੀ ਏ। ਤੂੰ ਸਹੀ ਮਾਇਨਿਆਂ ਵਿੱਚ ਅਸਲ ਦਾਤਾ ਹੈ, ਬਾਦਸ਼ਾਹ ਹੈ। ਤੇਰੇ ਪੱਲੇ ਉਹ ਦੌਲਤ ਹੈ ਜੋ ਦੁਨੀਆ ਦੇ ਵਿੱਚ ਕਿਸੇ ਕੋਲ ਨਹੀਂ। ਅੱਲਾ ਯਾਰ ਖਾਂ ਜੋਗੀ ਨੇ ਲਿਖਿਆ, अदा ने तुझे कभी संभलने ना दिया था, गुलशन को कभी तेरे फूल ने फलने ना दिया था, कांटा दिल पुर खून से निकलने ना दिया था, जिस रण में लड़ा बेसरो सामान लड़ा तू, 100 सिंह लिए लाखों पे जा जा के पड़ा तू। और ये शब्द उन वर्दे करतार की सुगंध है, नानक की कसम है, जितनी भी हो तारीफ गोबिंद की वो कम है, हर चंद मेरे हाथ में पुरजोरे कलम है, सतगुर के लिखो वस्फ कहाँ ताबे रकम है। एक आंख से क्या बुलबुला कुल बहर को देखे, साहिल को मंज धार को जा लहर को देखे। आओ उस दातार धन गुरु गोबिंद सिंह साहब जी दे परोपकारां नूं सीने ला के रखिए, उन्हां दे गुणां नूं चितारदे रहिए जो उन्हां सानूं दातां दित्तियां ने, बड़ियां अजीम ने, बड़ियां महान ने। अज उन्हां दी पछाण लैके असीं संसार विच तुरदे हां। उन्हां दे परोपकारां ते गुणां नूं सदा अपने घरां च बाहर जिथे भी बैठिए चर्चा का विषय बनाइए। दाता जी कृपा करन सारी संगत नूं दातार जी दे प्रकाश पुरब दी बहुत बहुत वधाई दिंदे हां। अरदास करते हाँ सतगुरु सानू सबना नूं नाम सिੱਖੀ बाणी ते बाणी दा प्यार बख्शण, होइयां भुलां चुकां दी खिमा गुरु ग्रंथ साहिब जी बख्शण। सबना दा धन्नवाद। फतेह बुलाओ। वाहिगुरु जी का खालसा
ਵਾਹਿਗੁਰੂ ਜੀ ਕੀ ਫਤਿਹ।